ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣਾਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਗਿਆਨ ਧਿਆਨ ਕਿਸ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਔਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਕੁਆਰੇਰੀ ਮਹੱਲਾ ਤੀਜਾ। ਅਸ਼ਟਪਦੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਮਨ ਕਾ ਸੂਤਕ ਦੂਜਾ ਭਾਉ। ਭਰਮੇ ਭੂਲੇ ਆਵੋ ਜਾਓ, ਮਨ ਕਾ ਸੂਤਕ ਦੂਜਾ ਭਾਉ। ਭਰਮੇ ਭੂਲੇ ਆਵੋ ਜਾਓ, ਮਨ ਮੁਖ ਸੂਤਕ ਕਬਹਿ ਨਾ ਜਾਏ। ਜਿਚਰ ਸ਼ਬਦ ਨਾ ਭੀਜੈ ਹਰਿ ਕੈ ਨਾਏ। ਰਹਾਉ ਸਭੋ ਸੂਤਕ ਜੇਤਾ ਮੋਹ ਆਕਾਰ, ਮਰ ਮਰ ਜੰਮੈ ਬਾਰੋ ਬਾਰ। ਸੂਤਕ ਆਗਨ ਪਾਉਣੈ ਪਾਣੀ ਮਾਹੇ, ਸੂਤਕ ਭੋਜਨ ਜੇਤਾ ਕਿਸ ਖਾਏ। ਸੂਤਕ ਕਰਮਨ ਪੂਜਾ ਹੋਏ, ਨਾਮ ਰਤੇ ਮਨ ਨਿਰਮਲ ਹੋਏ। ਸਤਿਗੁਰ ਸੇਵਿਐ ਸੂਤਕ ਜਾਏ, ਮਰੈ ਨ ਜਨਮੈ ਕਾਲ ਨਾ ਖਾਏ। ਸਾਸਤ ਸਿਮਰਤ ਸੋਧ ਦੇਖੋ ਕੋਏ, ਬਿਨ ਨਾਵੈ ਕੋ ਮੁਕਤ ਨਾ ਹੋਏ। ਜੁਗ ਚਾਰੇ ਨਾਮ ਉੱਤਮ ਸ਼ਬਦ ਵਿਚਾਰ, ਕਲ ਮੈਂ ਗੁਰਮੁਖ ਉਤਰਸ ਪਾਰ। ਸਾਚਾ ਮਰੈ ਨ ਆਵੈ ਜਾਏ, ਨਾਨਕ ਗੁਰਮੁਖ ਰਹੈ ਸਮਾਏ। ਸਾਚਾ ਮਰੈ ਨ ਆਵੈ ਜਾਏ, ਨਾਨਕ ਗੁਰਮੁਖ ਰਹੈ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਲੋਕ ਪਰਲੋਕ ਦੇ ਰਾਖੇ। ਜਾਹਰਾ ਹਜੂਰ ਜਾਹਰਾ ਜਹੂਰ, ਸਰਬ ਕਲਾ ਭਰਪੂਰ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ ਸੰਗਤਾਂ ਨੂੰ। ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ
ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਦੀ ਕਿਰਪਾ ਸਦਕਾ ਕਾਫੀ ਸਮੇਂ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਲੜੀਵਾਰ ਵਿਚਾਰ ਚੱਲ ਰਹੀ ਹੈ ਕਿ ਗੌੜੀ ਰਾਗ ਦੇ ਅੰਦਰ ਅਸ਼ਟਪਦੀਆਂ 8 ਪਦਿਆਂ ਵਾਲੇ ਸ਼ਬਦ ਮਹੱਲਾ ਤੀਜਾ ਤੀਜੇ ਪਾਤਸ਼ਾਹ ਦੀ ਬਾਣੀ ਹੈ। 229 ਅੰਗ ਤੇ ਤੀਜੇ ਪਾਤਸ਼ਾਹ ਮਹਾਰਾਜ ਜੀ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਤੀਜੇ ਪਾਤਸ਼ਾਹ ਜੀ ਦੇ ਕੋਲ ਇੱਕ ਆਦਲੀ ਨਾਮੇ ਸਿੱਖ ਨੇ ਆਣ ਕੇ ਬੇਨਤੀ ਕੀਤੀ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਤੀਜੇ ਪਾਤਸ਼ਾਹ ਦੇ ਕੋਲ ਇੱਕ ਆਦਲੀ ਨਾਮੇ ਸਿੱਖ ਨੇ ਆਣ ਕੇ ਬੇਨਤੀ ਕੀਤੀ ਕਿ ਮਹਾਰਾਜ, ਮੈਂ ਬ੍ਰਾਹਮਣਾਂ ਲਈ ਬ੍ਰਹਮ ਭੋਜ ਤਿਆਰ ਕੀਤਾ ਸੀ। ਆਦਲੀ ਨਾਮੇ ਸਿੱਖ ਆ ਕੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਕੋਲੇ ਬੇਨਤੀ ਕਰਨ ਲੱਗਿਆ, ਕਹਿਣ ਲੱਗਿਆ, ਮਹਾਰਾਜ, ਮੈਂ ਬ੍ਰਾਹਮਣਾਂ ਲਈ ਬ੍ਰਹਮ ਭੋਜ ਤਿਆਰ ਕੀਤਾ ਸੀ। ਜਦੋਂ ਸਾਰੇ ਬ੍ਰਾਹਮਣ ਘਰ ਵਿੱਚ ਆ ਗਏ ਤੇ ਪੰਗਤਾਂ ਲਗਾ ਕੇ ਬੈਠ ਗਏ, ਆਦਲੀ ਨਾਮੇ ਸਿੱਖ ਕਹਿਣ ਲੱਗਿਆ ਮਹਾਰਾਜ ਜੀ ਨੂੰ ਕਿ ਜਦੋਂ ਸਾਰੇ ਬ੍ਰਾਹਮਣ ਘਰ ਵਿੱਚ ਆ ਗਏ, ਆ ਕੇ ਪੰਗਤਾਂ ਲਗਾ ਕੇ ਬੈਠ ਗਏ, ਉਸ ਵੇਲੇ ਦਾਈ ਨੇ ਆਣ ਕੇ ਦੱਸਿਆ ਕਿ ਤੁਹਾਡੇ ਘਰ ਪੁੱਤਰ ਪੈਦਾ ਹੋਇਆ ਹੈ। ਜਦੋਂ ਦਾਈ ਦੇ ਦੱਸਣ ਤੇ ਬ੍ਰਾਹਮਣਾਂ ਨੂੰ ਪਤਾ ਲੱਗਿਆ ਇਸ ਗੱਲ ਦਾ ਕਿ ਇਸ ਦੇ ਘਰ ਪੁੱਤਰ ਪੈਦਾ ਹੋ ਗਿਆ, ਇਹ ਸੁਣ ਕੇ ਸਾਰੇ ਬ੍ਰਾਹਮਣ ਕਹਿਣ ਲੱਗੇ, ਸੂਤਕ ਹੋ ਗਿਆ ਹੈ, ਸੂਤਕ ਹੋ ਗਿਆ ਹੈ। ਇਉਂ ਕਹਿ ਕੇ ਚਲੇ ਗਏ ਸਾਰੇ ਪੰਗਤਾਂ ਦੇ ਵਿੱਚੋਂ ਉੱਠ ਕੇ। ਸਾਰਾ ਅੰਨ ਵੀ ਬੇਅਰਥ ਹੀ ਜਾਵੇਗਾ। ਮਹਾਰਾਜ ਜੀ ਨੂੰ ਕਹਿਣ ਲੱਗਿਆ ਕਿ ਬ੍ਰਾਹਮਣ ਜਦੋਂ ਸੂਤਕ ਸੂਤਕ ਕਹਿ ਕੇ ਪੰਗਤਾਂ ਦੇ ਵਿੱਚੋਂ ਚਲੇ ਗਏ ਕਿ ਸਾਰਾ ਅੰਨ ਬੇਅਰਥ ਹੀ ਜਾਵੇਗਾ। ਮਹਾਰਾਜ ਜੀ ਨੂੰ ਕਹਿਣ ਲੱਗੇ, ਆਪ ਜੀ ਕਿਰਪਾ ਕਰੋ ਕਿ ਜੋ ਮੇਰੇ ਘਰ ਭੋਜਨ ਬਣਿਆ ਹੈ ਉਹ ਸਿੱਖਾਂ ਨੂੰ ਛਕਾਉਣ ਵਾਸਤੇ ਭੇਜੋ। ਤਾਂ ਸਤਿਗੁਰਾਂ ਨੇ ਆਪ ਦੇ ਸਿੱਖ ਭੇਜ ਕਰਕੇ ਸਾਰਾ ਪ੍ਰਸ਼ਾਦਾ ਛਕਾ ਦਿੱਤਾ। ਪ੍ਰਸ਼ਾਦਾ ਸਿੱਖਾਂ ਨੇ ਛਕ ਕੇ ਜਦੋਂ ਛਕ ਲਿਆ ਵਾਪਸ ਆ ਗਏ ਤੀਜੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ। ਜਦੋਂ ਵਾਪਸ ਆ ਗਏ, ਜਦ ਬ੍ਰਾਹਮਣਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਤੀਜੇ ਪਾਤਸ਼ਾਹ ਨੇ ਆਪਣੇ ਸਿੱਖ ਭੇਜ ਕੇ ਉਹ ਸੂਤਕ ਵਾਲੇ ਘਰ ਦਾ ਪ੍ਰਸ਼ਾਦਾ ਸਿੱਖਾਂ ਨੂੰ ਛਕਾ ਦਿੱਤਾ ਕਿ ਸਿੱਖ ਪ੍ਰਸ਼ਾਦਾ ਛਕ ਕੇ ਵਾਪਸ ਆ ਗਏ। ਜਦ ਬ੍ਰਾਹਮਣਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਗੁੱਸੇ ਦੇ ਮਾਰੇ ਹੋਏ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਆ ਗਏ। ਆ ਕੇ ਗੁਰੂ ਸਾਹਿਬ ਜੀ ਦੇ ਨਾਲ ਚਰਚਾ ਕਰਨ ਵਾਸਤੇ ਤਿਆਰ ਹੋ ਗਏ ਕਿ ਇਸ ਨੇ ਸੂਤਕ ਵਾਲੇ ਘਰ ਦਾ ਪ੍ਰਸ਼ਾਦਾ ਆਪਦੇ ਸਿੱਖਾਂ ਨੂੰ ਛਕਾ ਦਿੱਤਾ ਹੈ। ਕਹਿਣ ਲੱਗੇ ਕਿ ਮਹਾਰਾਜ, ਆਪ ਗੁਰੂ ਹੋ, ਫਿਰ ਤੁਸੀਂ ਸੂਤਕ ਵਾਲੇ ਘਰ ਦਾ ਭੋਜਨ ਕਿਉਂ ਖਾ ਲਿਆ? ਕੁਝ ਸੂਤਕ ਪਾਤਕ ਦਾ ਵਿਚਾਰ ਤਾਂ ਕਰ ਲਿਆ ਕਰੋ। ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਇਹ ਪੰਡਤੋ, ਨਾਮ ਸਿਮਰਨ ਕਰਨ ਵਾਲੇ ਗੁਰਸਿੱਖਾਂ ਨੂੰ ਕੋਈ ਸੂਤਕ ਪਾਤਕ ਨਹੀਂ ਹੁੰਦਾ। ਜਿਹੜੇ ਮਨਮੁਖ ਲੋਕ ਹਨ ਉਹਨਾਂ ਨੂੰ ਹੀ ਇਹ ਸੂਤਕ ਪਾਤਕ ਹੁੰਦਾ ਹੈ। ਜੇ ਸੂਤਕ ਦੀ ਵਿਚਾਰ ਕਰਨੀ ਹੈ, ਮਹਾਰਾਜ ਜੀ ਬ੍ਰਾਹਮਣਾਂ ਨੂੰ ਕਹਿਣ ਲੱਗੇ, ਤਾਂ ਫਿਰ ਹਰ ਥਾਂ ਹੀ ਸੂਤਕ ਹੈ।
ਮਹਾਰਾਜ ਜੀ ਬ੍ਰਾਹਮਣਾਂ ਨੂੰ ਕਹਿਣ ਲੱਗੇ, ਜੇ ਸੂਤਕ ਦੀ ਵਿਚਾਰ ਕਰਨੀ ਹੈ ਤਾਂ ਸੂਤਕ ਹਰ ਜਗ੍ਹਾ 'ਤੇ ਹੀ ਹੈ। ਇਸ ਪ੍ਰਕਾਰ ਉਹਨਾਂ ਬ੍ਰਾਹਮਣਾਂ ਦੇ ਪ੍ਰਥਾਏ ਰਾਗ ਗੌੜੀ ਦੀ ਗੁਆਰੇਰੀ ਜਾਤੀ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੇ 8 ਪਦਿਆਂ ਵਾਲਾ ਸ਼ਬਦ ਉਚਾਰਨ ਕਰਦੇ ਹੋਏ ਸਮਝਾਉਣਾ ਕੀਤਾ ਬ੍ਰਾਹਮਣਾਂ ਨੂੰ। ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲਾਚਰਨ ਉਚਾਰਨ ਕਰਦੇ ਹੋਏ ਕਿ ਅਕਾਲ ਪੁਰਖ ਇੱਕ ਹੈ, ਸਰਬ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਮਹਾਰਾਜ ਜੀ ਬ੍ਰਾਹਮਣਾਂ ਨੂੰ ਕਹਿਣ ਲੱਗੇ, ਮਨ ਕਾ ਸੂਤਕ ਦੂਜਾ ਭਾਉ, ਕਿ ਮਨ ਦਾ ਅੰਤਸਕਰਨ ਦਾ ਹਿਰਦੇ ਦਾ ਜਿਹੜਾ ਸੂਤਕ ਹੈ ਦਵੈਤ ਭਾਅ ਹੈ ਕਿ ਪਰਮੇਸ਼ਰ ਨੂੰ ਛੱਡ ਕੇ ਹੋਰ ਕਿਸੇ ਨੂੰ ਮੰਨਣਾ। ਇਹ ਦਵੈਤ ਭਾਅ ਹੋਣ ਕਰਕੇ ਜਾਂ ਦੁਚਿੱਤੇ ਮਨ ਦੇ ਨਾਲ ਕਿ ਮਨ ਨੂੰ ਪਰਮੇਸ਼ਰ ਨਾਲੋਂ ਤੋੜ ਕੇ ਹੋਰ ਪਾਸੇ ਲਾਉਣਾ, ਇਹ ਜਦੋਂ ਦੂਜਾ ਭਾਉ ਬਣ ਜਾਂਦਾ ਹੈ ਇਹ ਸੂਤਕ ਹੈ। ਮਹਾਰਾਜ ਜੀ ਕਹਿਣ ਲੱਗੇ, ਮਨ ਕਾ ਸੂਤਕ ਦੂਜਾ ਭਾਉ, ਜੇ ਦੂਜੇ ਭਾਅ ਦੇ ਵਿੱਚ ਦੂਜੇ ਪ੍ਰੇਮ ਦੇ ਵਿੱਚ ਬੰਦਾ ਲੱਗ ਜਾਂਦਾ ਹੈ ਜਾਂ ਦਵੈਤ ਦੇ ਵਿੱਚ ਲੱਗ ਜਾਂਦਾ ਹੈ, ਮਾਇਆ ਦੇ ਪਿੱਛੇ ਲੱਗ ਜਾਂਦਾ ਹੈ, ਤਾਂ ਇਸ ਮਨ ਨੂੰ ਸੂਤਕ ਚੁੰਬੜ ਜਾਂਦਾ ਹੈ। ਕਿ ਸੂਤਕ ਸੂਤ ਪ੍ਰਸੂਤ ਦੇ ਸਮੇਂ ਜੋ ਅਸ਼ੁੱਧੀ ਹੋਣੀ ਹੈ ਉਸ ਨੂੰ ਸੂਤਕ ਕਹਿੰਦੇ ਹਨ। ਹਿੰਦੂ ਧਾਰਮਿਕ ਸ਼ਾਸਤਰਾਂ ਅਨੁਸਾਰ ਇਹ ਅਪਵਿੱਤਰਤਾ ਬ੍ਰਾਹਮਣਾਂ ਦੇ 11 ਦਿਨ, ਛਤਰੀਆਂ ਦੇ 13 ਦਿਨ ਤੇ ਬੈਸਾਂ ਦੇ 17 ਦਿਨ ਅਤੇ ਸ਼ੂਦਰਾਂ ਦੇ 30 ਦਿਨ ਤੱਕ ਸੂਤਕ ਮੰਨਿਆ ਜਾਂਦਾ ਹੈ। ਕਈ 40 ਦਿਨ ਵੀ ਮੰਨਦੇ ਹਨ ਸੂਤਕ ਨੂੰ। ਜੇ ਕਿਸੇ ਦੇ ਕੋਈ ਬੱਚਾ ਪੈਦਾ ਹੋ ਜਾਏ ਉਸ ਘਰ ਨੂੰ ਅਪਵਿੱਤਰ ਮੰਨਦੇ ਹਨ, ਪਵਿੱਤਰ ਨਹੀਂ ਮੰਨਦੇ ਕਿ ਇਹ ਘਰ ਪਵਿੱਤਰ ਹੈ। ਉਹ ਇਸ ਘਰ ਨੂੰ ਜਿਸ ਦੇ ਬੱਚਾ ਜਨਮ ਲੈ ਲੇ ਉਸ ਦਾ ਫਿਰ ਖਾਣਾ ਪੀਣਾ ਨਹੀਂ ਖਾਂਦੇ। ਇਹ ਧਰਮ ਹੈ ਜਿਹੜੇ ਸਾਰੇ ਧਰਮ ਇੱਕ ਸਿੱਖ ਧਰਮ ਨੂੰ ਛੱਡ ਕੇ ਇਹਨਾਂ ਨੇ ਇਹ ਰੀਤ ਬਣਾਈ ਹੋਈ ਹੈ ਕਿ ਇਹ ਘਰ ਪਵਿੱਤਰ ਨਹੀਂ ਰਿਹਾ, ਇਸ ਦਾ ਖਾਣਾ ਨਹੀਂ ਕੁਝ। ਇਹ ਸੂਤਕ ਦੱਸਿਆ ਹੈ ਕਿ ਸੂਤਕ ਪ੍ਰਸੂਤ ਦੇ ਸਮੇਂ ਕਿਸੇ ਦੇ ਪੈਦਾ ਹੋਣ ਦੇ ਸਮੇਂ ਜੋ ਅਸ਼ੁੱਧੀ ਹੋਣੀ ਹੈ ਉਸ ਨੂੰ ਸੂਤਕ ਕਹਿੰਦੇ ਹਨ। ਹਿੰਦੂ ਧਾਰਮਿਕ ਸ਼ਾਸਤਰਾਂ ਅਨੁਸਾਰ ਇਹ ਅਸ਼ੁੱਧੀ, ਇਹ ਅਪਵਿੱਤਰਤਾ ਬ੍ਰਾਹਮਣਾਂ ਦੇ 11 ਦਿਨ ਤੇ ਛਤਰੀਆਂ ਦੇ 13 ਦਿਨ, ਬੈਸਾਂ ਦੇ 17 ਦਿਨ, ਸ਼ੂਦਰਾਂ ਦੇ 30 ਦਿਨ ਤੱਕ ਸੂਤਕ ਮੰਨਿਆ ਜਾਂਦਾ ਹੈ। ਕਈ 40 ਦਿਨ ਵੀ ਮੰਨਦੇ ਹਨ ਕਿ 40 ਦਿਨ ਇਸ ਘਰ ਦਾ ਖਾਣਾ ਨਹੀਂ। ਤੇ ਪਾਤਕ ਹੁੰਦਾ ਹੈ ਜੋ ਕੋਈ ਮਰ ਜਾਂਦਾ ਹੈ, ਜੋ ਹਿੰਦੂ ਮਤ ਦੇ ਧਾਰਮਿਕ ਗ੍ਰੰਥਾਂ ਅਨੁਸਾਰ ਪ੍ਰਾਣੀ ਦੇ ਮਰਨ ਪਰ ਹੋਈ ਅਪਵਿੱਤਰਤਾ ਨੂੰ ਪਾਤਕ ਕਹਿੰਦੇ ਹਨ। ਜਦੋਂ ਕਿਸੇ ਦੇ ਘਰ ਮੌਤ ਹੋ ਜਾਂਦੀ ਹੈ ਉਸ ਨੂੰ ਪਾਤਕ ਕਹਿੰਦੇ ਹਨ। ਜੋ ਬ੍ਰਾਹਮਣ ਹਨ, ਬ੍ਰਾਹਮਣ 11 ਦਿਨ ਮੰਨਦੇ ਹਨ, 10 ਦਿਨ ਮੰਨਦੇ ਹਨ ਤੇ ਛਤਰੀ 12 ਦਿਨ ਮੰਨਦੇ ਹਨ ਤੇ ਬੈਸ ਦੇ 15 ਦਿਨ ਮੰਨਦੇ ਹਨ, ਸ਼ੂਦਰ 30 ਦਿਨ ਪਾਤਕ ਨੂੰ ਮੰਨਦੇ ਹਨ। ਕਈ ਸਿਮਰਤੀਆਂ ਨੇ 12, 13, 17, 30 ਦਿਨਾਂ ਜਥਾ ਕਰਮ ਲਿਖਿਆ ਹੈ ਕਿ ਇਹ ਫਿਰ ਜਿਸ ਦੇ ਘਰ ਮਰ ਜਾਂਦਾ ਹੈ ਕੋਈ ਪਾਤਕ ਕਹਿ ਕੇ ਉਸ ਦੇ ਘਰ ਦਾ ਨਹੀਂ ਖਾਂਦੇ। ਪਰ ਸਿੱਖ ਧਰਮ ਅਨੁਸਾਰ ਤਨਖਾਹਯੋਗ ਕਰਮ ਕਿ ਮੁੰਡਣ, ਵਿਵਚਾਰ, ਤੰਬਾਕੂ ਆਦਿਕ ਨਸ਼ਿਆਂ ਦਾ ਸੇਵਨ ਅਤੇ ਕੁੱਠਾ ਖਾਣਾ, ਸ਼ਰਾਬ ਆਦਿਕ ਨੂੰ ਪਾਤਕ ਕਿਹਾ ਹੈ। ਜਿਨ੍ਹਾਂ ਦੇ ਘਰ ਵਿੱਚ ਇਹ ਕੁਝ ਚੱਲਦਾ ਹੈ ਸਿੱਖ ਧਰਮ ਇਸ ਨੂੰ ਪਾਤਕ ਕਹਿੰਦੇ ਹਨ। ਕਿਸੇ ਦੇ ਮਰਨ ਨੂੰ ਪਾਤਕ ਨਹੀਂ ਕਿਹਾ ਸਿੱਖ ਧਰਮ ਦੇ ਵਿੱਚ, ਕਿ ਸਿੱਖ ਧਰਮ ਦੇ ਵਿੱਚ ਸਿੱਖ ਧਰਮ ਅਨੁਸਾਰ ਤਨਖਾਹਯੋਗ ਕਰਮ ਹਨ। ਜਿਹੜੇ ਕਰਮ ਕਰਨ ਦੇ ਨਾਲ ਤਨਖਾਹ ਲਾਈ ਜਾਂਦੀ ਹੈ ਸਿੱਖ ਧਰਮ ਦੇ ਵਿੱਚ, ਉਹਨਾਂ ਨੂੰ ਪਾਤਕ ਕਹਿੰਦੇ ਹਨ। ਮਹਾਰਾਜ ਜੀ ਕਹਿਣ ਲੱਗੇ,
ਭਰਮੇ ਭੂਲੇ ਆਵੋ ਜਾਓ। ਇਹ ਜੀਵ ਭਰਮ ਦੇ ਵਿੱਚ ਭੁੱਲੇ ਹੋਏ ਜਨਮ ਧਰ ਕੇ ਆਉਂਦੇ ਹਨ ਅਤੇ ਮਰ ਕੇ ਚਲੇ ਜਾਂਦੇ ਹਨ। ਭਾਵ ਜੰਮਦੇ ਮਰਦੇ ਰਹਿੰਦੇ ਹਨ। ਜਦੋਂ ਸੂਤਕਾਂ ਦੇ ਵਿੱਚ ਪੈ ਜਾਂਦੇ ਹਨ ਕਿ ਸੂਤਕ ਮੰਨ ਕੇ ਇਹ ਮਨ ਨੂੰ ਪਰਮੇਸ਼ਰ ਦੇ ਨਾਲ ਨਹੀਂ ਜੋੜਦੇ ਤੇ ਕਰਮਾਂ ਦੇ ਵਿੱਚ, ਕਰਮ ਕਾਂਡਾਂ ਦੇ ਵਿੱਚ ਪਏ ਰਹਿੰਦੇ ਹਨ, ਤਾਂ ਮਹਾਰਾਜ ਜੀ ਕਹਿਣ ਲੱਗੇ ਭਰਮੇ ਭੂਲੇ ਆਵੋ ਜਾਓ। ਇਹ ਜੀਵ ਭਰਮ ਦੇ ਵਿੱਚ ਭੁੱਲੇ ਹੋਏ ਜਨਮ ਧਾਰ ਕੇ ਆਉਂਦੇ ਹਨ ਤੇ ਮਰ ਕੇ ਜਾਂਦੇ ਹਨ। ਭਾਵ ਜੰਮਦੇ ਮਰਦੇ ਰਹਿੰਦੇ ਹਨ। ਮਨਮੁਖ ਸੂਤਕ ਕਬਹਿ ਨਾ ਜਾਏ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਜੋ ਮਨਮੁਖ ਹੁੰਦਾ ਹੈ, ਸਾਖਤ ਹੁੰਦਾ ਹੈ ਕਿ ਮਨਮੁਖਾਂ ਨੂੰ ਸਦਾ ਸੂਤਕ ਹੀ ਬਣਿਆ ਰਹਿੰਦਾ ਹੈ। ਮਨਮੁਖ ਸੂਤਕ ਕਬਹਿ ਨਾ ਜਾਏ, ਕਿ ਮਨਮੁਖਾਂ ਦਾ, ਜੋ ਮਨਮੁਖਾਂ ਨੂੰ ਸਦਾ ਸੂਤਕ ਬਣਿਆ ਰਹਿੰਦਾ ਹੈ, ਇਹ ਕਬਹਿ, ਇਹ ਕਦੇ ਵੀ ਨਹੀਂ ਜਾਂਦਾ ਮਨਮੁਖਾਂ ਦਾ ਸੂਤਕ। ਕਿਉਂਕਿ ਜਿਚਰ ਸ਼ਬਦ ਨਾ ਭੀਜੈ ਹਰ ਕੈ ਨਾਏ, ਜਿਚਰ ਜਿੰਨਾ ਚਿਰ ਤੱਕ ਇਸ ਦਾ ਚਿੱਤ ਸਤਿਗੁਰਾਂ ਦੇ ਸ਼ਬਦ, ਸਤਿਗੁਰਾਂ ਦੇ ਉਪਦੇਸ਼ ਕਰਕੇ ਹਰੀ ਦੇ ਨਾਮ ਵਿੱਚ ਭਿੱਜਦਾ ਨਹੀਂ, ਓਨਾ ਚਿਰ ਮਨਮੁਖਾਂ ਦਾ ਸੂਤਕ ਨਹੀਂ ਜਾਂਦਾ, ਸੂਤਕ ਹੀ ਬਣਿਆ ਰਹਿੰਦਾ ਹੈ। ਮਨਮੁਖ ਸੂਤਕ ਕਬਹਿ ਨਾ ਜਾਏ, ਜਿਚਰ ਸ਼ਬਦ ਨਾ ਭੀਜੈ ਹਰ ਕੈ ਨਾਏ। ਮਹਾਰਾਜ ਜੀ ਗੁਰੂ ਅਮਰਦਾਸ ਜੀ ਕਹਿਣ ਲੱਗੇ, ਹੇ ਭਾਈ, ਕਿ ਮਨਮੁਖਾਂ ਨੂੰ ਸਦਾ ਹੀ ਸੂਤਕ ਬਣਿਆ ਰਹਿੰਦਾ ਹੈ, ਇਹ ਕਬਹਿ ਕਦੇ ਨਹੀਂ ਜਾਂਦਾ। ਜਿਚਰ ਸ਼ਬਦ ਨਾ ਭੀਜੈ ਹਰ ਕੈ ਨਾਏ, ਜਿਚਰ ਜਿੰਨਾ ਚਿਰ ਤੱਕ ਇਸ ਦਾ ਚਿੱਤ ਸਤਿਗੁਰਾਂ ਦੇ ਉਪਦੇਸ਼, ਸਤਿਗੁਰਾਂ ਦੇ ਸ਼ਬਦ ਕਰਕੇ ਹਰੀ ਦੇ ਨਾਮ ਵਿੱਚ ਭਿੱਜਦਾ ਨਹੀਂ। ਜਿੰਨਾ ਚਿਰ ਤੱਕ ਚਿੱਤ ਹਰੀ ਦੇ ਨਾਮ ਦੁਆਰਾ ਪਰਮਾਤਮਾ ਦੇ ਪ੍ਰੇਮ ਰੂਪੀ ਜਲ ਵਿੱਚ ਨਹੀਂ ਭਿੱਜਦਾ, ਬ੍ਰਹਮ ਵਿੱਚ ਭਿੱਜਦਾ ਨਹੀਂ, ਉਤਨਾ ਚਿਰ ਤੱਕ ਮਨਮੁਖਾਂ ਦਾ ਸੂਤਕ ਕਦੇ ਵੀ ਨਹੀਂ ਜਾਂਦਾ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ। ਸਭੋ ਸੂਤਕ ਜੇਤਾ ਮੋਹ ਆਕਾਰ, ਮਰ ਮਰ ਜੰਮੈ ਬਾਰੋ ਵਾਰ। ਜੇਤਾ ਜਿੰਨਾ ਵੀ ਆਕਾਰ ਸਰੀਰਾਂ ਦਾ ਆਕਾਰ ਹੈ, ਸਭੋ ਸੂਤਕ ਜੇਤਾ ਮੋਹ ਆਕਾਰ, ਜੇਤਾ ਜਿੰਨਾ ਵੀ ਆਕਾਰ ਰੂਪਾਂ ਦਾ, ਸਰੀਰਾਂ ਦਾ ਮੋਹ ਕਰਨਾ ਹੈ, ਸਨੇਹ ਕਰਨਾ ਹੈ, ਜਿੰਨਾ ਵੀ ਇਹ ਸਰੀਰਾਂ ਦਾ ਮੋਹ ਕਰਨਾ ਹੈ, ਸਨੇਹ ਕਰਨਾ ਹੈ, ਇਹ ਸਭੋ, ਇਹ ਸਾਰਾ ਸੂਤਕ ਹੀ ਹੈ। ਸਭੋ ਸੂਤਕ ਜੇਤਾ ਮੋਹ ਆਕਾਰ। ਮਹਾਰਾਜ ਜੀ ਤੀਜੇ ਪਾਤਸ਼ਾਹ ਸਮਝਾ ਰਹੇ ਹਨ, ਜਿੰਨਾ ਵੀ ਆਕਾਰਾਂ ਦਾ, ਰੂਪਾਂ ਦਾ, ਸਰੀਰਾਂ ਦਾ ਮੋਹ ਕਰਨਾ ਹੈ, ਸਨੇਹ ਕਰਨਾ ਹੈ, ਇਹ ਸਾਰਾ ਸੂਤਕ ਹੀ ਹੈ। ਮਰ ਮਰ ਜੰਮੈ ਬਾਰੋ ਬਾਰ। ਮੌਤ ਦੇ ਮਾਰੇ ਹੋਏ ਬਾਰੋ ਬਾਰ, ਬਾਰੰਬਾਰ ਜੰਮਦੇ ਮਰਦੇ ਰਹਿੰਦੇ ਹਨ, ਮੋਹ ਪੈਣ ਕਰਕੇ, ਸਰੀਰਾਂ ਦੇ ਨਾਲ ਮੋਹ ਹੋਣ ਕਰਕੇ ਇਹ ਫਿਰ ਇਹਨਾਂ ਨੂੰ ਇਹ ਸੂਤਕ ਲੱਗ ਜਾਂਦਾ ਹੈ ਤੇ ਇਸੇ ਦੇ ਵਿੱਚ ਬਾਰੋ ਬਾਰ ਮਰਦੇ ਜੰਮਦੇ ਰਹਿੰਦੇ ਹਨ। ਸੂਤਕ ਆਗਨ ਪਾਉਣੈ ਪਾਣੀ ਮਾਹੇ। ਮਹਾਰਾਜ ਜੀ ਕਹਿਣ ਲੱਗੇ, ਸੂਤਕ ਆਗਨ ਪਾਉਣੈ ਪਾਣੀ ਮਾਹੇ। ਆਗਨ ਅੱਗ, ਪਾਉਣੈ ਹਵਾ, ਪਾਣੀ ਜਲ ਦੇ ਵਿੱਚ ਵੀ ਸੂਤਕ ਹੀ ਹੈ, ਕਿ ਅੱਗ ਦੇ ਵਿੱਚ ਵੀ ਸੂਤਕ, ਹਵਾ ਦੇ ਵਿੱਚ ਵੀ ਸੂਤਕ, ਪਾਣੀ ਦੇ ਵਿੱਚ ਵੀ ਸੂਤਕ ਹੈ। ਭਾਵ ਅੱਗ ਵਿੱਚ ਵੀ ਚੰਗਿਆੜੇ ਪੈਦਾ ਹੁੰਦੇ ਹਨ, ਪਾਉਣ ਵਿੱਚ ਵੀ, ਹਵਾ ਵਿੱਚ ਵੀ ਅਨੇਕਾਂ ਅਣੂ ਸਾਹ ਲੈਂਦਿਆਂ ਆਪਣੇ ਅੰਦਰ ਜਾਂਦੇ ਹਨ। ਜਿਹੜੀ ਹਵਾ ਹੈ, ਹਵਾ ਦੇ ਵਿੱਚ ਛੋਟੇ ਛੋਟੇ ਅਣੂ ਜੀਵ ਹੁੰਦੇ ਹਨ, ਉਹ ਆਪਣੇ ਸਵਾਸ ਲੈਂਦਿਆਂ ਅੰਦਰ ਚਲੇ ਜਾਂਦੇ ਹਨ, ਇਹ ਵੀ ਸੂਤਕ ਹੀ ਹੈ। ਪਾਣੀ ਮਾਹੇ, ਪਾਣੀ ਦੇ ਵਿੱਚ ਵੀ ਜੀਵ ਹਨ, ਕਿ ਇਹ ਵੀ ਸੂਤਕ ਹੀ ਹੈ।
ਜਦੋਂ ਪਾਣੀ ਪੀਂਦੇ ਹਾਂ ਤੇ ਸੂਤਕ ਹੋ ਜਾਂਦਾ ਹੈ ਜਦੋਂ ਅੰਦਰ ਜੀਵ ਚਲੇ ਜਾਂਦੇ ਹਨ। ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ ਆਸਾ ਜੀ ਦੀ ਵਾਰ ਦੇ ਅੰਦਰ, ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ, ਕਿ ਜੀਵ ਦੇ ਵਾਸਤੇ ਪਹਿਲਾਂ ਪਾਣੀ ਹੈ ਜਿਉਣ ਵਾਸਤੇ, ਜਿਹੜਾ ਪਾਣੀ ਜੀਵ ਨੂੰ ਹਰਿਆ ਕਿ ਜਿਉਂਦਾ ਰੱਖ ਸਕਦਾ ਹੈ। ਪਰ ਪਾਣੀ ਦੇ ਵਿੱਚ ਜੀਵ ਹਨ, ਫਿਰ ਇਹ ਸੂਤਕ ਹੀ ਹੋਇਆ। ਸੂਤਕ ਭੋਜਨ ਜੇਤਾ ਕਿਸ ਖਾਹੇ, ਜੇਤਾ ਜਿੰਨਾ ਕੁਝ ਵੀ ਅਸੀਂ ਖਾਂਦੇ ਹਾਂ, ਇਹ ਸਾਰਾ ਭੋਜਨ ਸਾਰਾ ਅੰਨ ਵੀ ਸੂਤਕ ਹੀ ਹੈ, ਕਿ ਅੰਨ ਦੇ ਵਿੱਚ ਵੀ ਜੀਵ ਹਨ। ਜਦੋਂ ਜੀਵ ਅੰਦਰ ਜਾ ਕੇ ਮਰ ਜਾਂਦਾ ਹੈ, ਸਰੀਰ ਦੇ ਵਿੱਚ ਸੂਤਕ ਹੀ ਹੋ ਜਾਂਦਾ ਹੈ। ਫਿਰ ਸੂਤਕ ਭੋਜਨ ਜੇਤਾ ਕਿਸ ਖਾਹੇ, ਕਿ ਜੇਤਾ ਜਿੰਨਾ ਕੁਝ ਵੀ ਅਸੀਂ ਖਾਂਦੇ ਹਾਂ, ਇਹ ਸਾਰਾ ਭੋਜਨ ਸਾਰਾ ਅੰਨ ਵੀ ਸੂਤਕ ਹੀ ਹੈ। ਬਾਣੀ ਦੇ ਅੰਦਰ ਸਮਝਾਉਣਾ ਕੀਤਾ ਹੈ, ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ, ਕਿ ਜਿੰਨੇ ਵੀ ਦਾਣੇ ਹਨ ਅੰਨ ਦੇ, ਸਭ ਦੇ ਵਿੱਚ ਜੀਵ ਹਨ, ਇਹ ਦਾਣੇ ਹੀ ਅਸੀਂ ਖਾਂਦੇ ਹਾਂ। ਫਿਰ ਇਸ ਨੂੰ ਸੂਤਕ ਹੀ ਹੈ। ਸੂਤਕ ਕਰਮਨ ਪੂਜਾ ਹੋਏ, ਜਿਹੜੇ ਕਰਮ ਕਰਦੇ ਹੋ ਅਤੇ ਪੂਜਾ ਆਚਰਣ ਕਰਦੇ ਹੋ, ਇਹਨਾਂ ਵਿੱਚ ਵੀ ਸੂਤਕ ਹੁੰਦਾ ਹੈ। ਸੂਤਕ ਕਰਮਨ ਪੂਜਾ ਹੋਏ, ਜਿਹੜੇ ਕਰਮ ਕਰਦੇ ਹੋ ਅਤੇ ਪੂਜਾ ਆਚਰਣ ਕਰਦੇ ਹੋ, ਇਹਨਾਂ ਵਿੱਚ ਵੀ ਸੂਤਕ ਹੁੰਦਾ ਹੈ। ਭਾਵ ਜਦੋਂ ਕੰਮਾਂ ਦਾ ਜਾਂ ਪੂਜਾ ਕਰਨ ਦਾ ਫੁਰਨਾ ਉੱਠਦਾ ਹੈ, ਉਦੋਂ ਸੰਕਲਪ ਉੱਠਣ ਕਰਕੇ ਸੂਤਕ ਵੀ ਨਾਲ ਹੀ ਆ ਗਿਆ ਹੈ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਸੂਤਕ ਕਰਮ ਨਾ ਪੂਜਾ ਹੋਏ, ਜਿਸ ਕਰਮ ਕਰਦਿਆਂ ਸੂਤਕ ਹੋ ਜਾਵੇ, ਉਹ ਪੂਜਾ ਕੀਤੀ ਸਫਲ ਨਹੀਂ ਹੁੰਦੀ। ਸੂਤਕ ਕਰਮ ਨਾ ਪੂਜਾ ਹੋਏ, ਕਿ ਜਿਸ ਕਰਮ ਕਰਦਿਆਂ ਸੂਤਕ ਹੋ ਜਾਏ, ਉਹ ਪੂਜਾ ਕੀਤੀ ਸਫਲ ਨਹੀਂ ਹੁੰਦੀ। ਤਾਂ ਫਿਰ ਕਰਨ ਦੀ ਕੀ ਲੋੜ ਹੈ? ਇਹ ਹਿੰਦੂ ਮਤ ਵਿੱਚ ਮੰਨਿਆ ਹੈ। ਫਿਰ ਸੂਤਕ ਵਿੱਚ ਨਾ ਕਰਮ ਹੋ ਸਕਦੇ ਹਨ, ਨਾ ਹੀ ਪੂਜਾ ਹੋ ਸਕਦੀ ਹੈ। ਨਾਮ ਰਤੇ ਮਨ ਨਿਰਮਲ ਹੋਏ। ਮਹਾਰਾਜ ਜੀ ਤੀਜੇ ਪਾਤਸ਼ਾਹ ਪੰਡਤਾਂ ਨੂੰ ਉਪਦੇਸ਼ ਦਿੰਦੇ ਹੋਏ ਕਹਿਣ ਲੱਗੇ, ਹੇ ਪੰਡਤੋ, ਨਾਮ ਰਤੇ ਮਨ ਨਿਰਮਲ ਹੋਏ, ਜਿਹੜੇ ਪਰਮੇਸ਼ਰ ਦੇ ਨਾਮ ਵਿੱਚ ਰਤੇ ਗਏ ਹਨ, ਰੰਗੇ ਗਏ ਹਨ, ਉਹਨਾਂ ਦਾ ਮਨ, ਉਹਨਾਂ ਦਾ ਹਿਰਦਾ ਸੁੱਧ ਹੁੰਦਾ ਹੈ। ਨਾਮ ਰਤੇ ਮਨ ਨਿਰਮਲ ਹੋਏ। ਹੇ ਪੰਡਤੋ, ਮਹਾਰਾਜ ਜੀ ਕਹਿਣ ਲੱਗੇ, ਜਿਹੜੇ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਗਏ ਹਨ, ਉਹਨਾਂ ਦਾ ਮਨ, ਉਹਨਾਂ ਦਾ ਹਿਰਦਾ ਨਿਰਮਲ ਹੋ ਜਾਂਦਾ ਹੈ, ਸੁੱਧ ਹੋ ਜਾਂਦਾ ਹੈ। ਸਤਿਗੁਰ ਸੇਵਿਐ ਸੂਤਕ ਜਾਏ। ਮਹਾਰਾਜ ਜੀ ਕਹਿਣ ਲੱਗੇ, ਜੇਕਰ ਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕਰੋ ਤਾਂ ਸੂਤਕ ਦਾ ਭਰਮ ਚਲਿਆ ਜਾਂਦਾ ਹੈ। ਫਿਰ ਉਹ ਨਾ ਮੌਤ ਦਾ ਮਾਰਿਆ ਮਰਦਾ ਹੈ, ਮਰੈ ਨਾ ਜਨਮੈ ਕਾਲ ਨਾ ਖਾਏ। ਉਹ ਮੌਤ ਦਾ ਮਾਰਿਆ ਮਰਦਾ ਹੈ, ਨਾ ਹੀ ਬਾਸ਼ਨਾ ਦਾ ਬੱਧਿਆ ਹੋਇਆ ਜੰਮਦਾ ਹੈ, ਅਤੇ ਨਾ ਹੀ ਉਸ ਨੂੰ ਕਾਲ ਭਖਣ ਕਰਦਾ ਹੈ, ਕਾਲ ਖਾਂਦਾ ਹੈ। ਬਾਲ ਜੁਵਾ ਬਿਰਧ ਅਵਸਥਾ ਵਿੱਚ ਉਸ ਦੇ ਤਾਈਂ ਸਮਾਂ ਵੀ ਨਹੀਂ ਖਾਂਦਾ, ਕਾਲ ਵੀ ਨਹੀਂ ਖਾਂਦਾ। ਸਤਿਗੁਰ ਸੇਵਿਐ ਸੂਤਕ ਜਾਏ, ਮਰੈ ਨਾ ਜਨਮੈ ਕਾਲ ਨਾ ਖਾਏ। ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਜੇਕਰ ਸਤਿਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕਰੋ ਤਾਂ ਸੂਤਕ ਦਾ ਭਰਮ ਚਲਿਆ ਜਾਂਦਾ ਹੈ। ਫਿਰ ਉਹ ਨਾ ਮੌਤ ਦਾ ਮਾਰਿਆ ਮਰਦਾ ਹੈ, ਅਤੇ ਨਾ ਹੀ ਬਾਸ਼ਨਾ ਦਾ ਬੱਧਿਆ ਜੰਮਦਾ ਹੈ, ਅਤੇ ਨਾ ਹੀ ਉਸ ਨੂੰ ਕਾਲ ਭਖਣ ਕਰਦਾ ਹੈ। ਬਾਲ ਜੁਵਾ ਬਿਰਧ ਅਵਸਥਾ ਵਿੱਚ ਉਸ ਦੇ ਤਾਈਂ ਕਾਲ ਵੀ ਨਹੀਂ ਖਾਂਦਾ। ਸਾਸਤ ਸਿਮਰਤ ਸੋਧ ਦੇਖੋ ਕੋਏ।
ਬਿਨ ਨਾਵੈ ਕੋ ਮੁਕਤ ਨਾ ਹੋਏ। ਮਹਾਰਾਜ ਜੀ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਾਸਤ ਸਿਮਰਤ ਸੋਧ ਦੇਖੋ ਕੋਏ। ਮਹਾਰਾਜ ਜੀ ਕਹਿਣ ਲੱਗੇ, ਜੇਕਰ ਤੁਹਾਨੂੰ ਕਿਸੇ ਉਗਾਹੀ ਦੀ ਲੋੜ ਹੈ, ਬ੍ਰਾਹਮਣਾਂ ਨੂੰ ਕਹਿਣ ਲੱਗੇ ਮਹਾਰਾਜ ਕਿ ਜੇਕਰ ਤੁਹਾਨੂੰ ਕਿਸੇ ਉਗਾਹੀ ਦੀ ਲੋੜ ਹੈ ਤਾਂ ਸ਼ਾਸਤਰ 6 ਸ਼ਾਸਤਰ ਸਿਮਰਤ 27 ਸਿਮਰਤੀਆਂ ਨੂੰ ਤੁਹਾਡੇ ਵਿੱਚੋਂ ਕੋਈ ਵੀ ਚੰਗੀ ਤਰ੍ਹਾਂ ਸੋਧ ਕੇ ਦੇਖ ਲਵੇ, ਵਿਚਾਰ ਕਰਕੇ ਦੇਖ ਲਵੇ ਕਿ ਬਿਨ ਨਾਵੈ ਕੋ ਮੁਕਤ ਨਾ ਹੋਏ। ਪਰਮੇਸ਼ਰ ਦੇ ਅੰਮ੍ਰਿਤ ਨਾਮ ਤੋਂ ਬਗੈਰ ਕੋਈ ਵੀ ਮੁਕਤ ਨਹੀਂ ਹੋ ਸਕਦਾ, ਕੋਈ ਵੀ ਬੰਧਨਾਂ ਤੋਂ ਮੁਕਤ ਨਹੀਂ ਹੋ ਸਕਦਾ। ਸਾਸਤ ਸਿਮਰਤ ਸੋਧ ਦੇਖੋ ਕੋਏ, ਬਿਨ ਨਾਵੈ ਕੋ ਮੁਕਤ ਨਾ ਹੋਏ। ਮਹਾਰਾਜ ਜੀ ਬ੍ਰਾਹਮਣਾਂ ਨੂੰ ਉਪਦੇਸ਼ ਦਿੰਦੇ ਹੋਏ ਸਮਝਾਉਂਦੇ ਹਨ ਕਿ ਜੇਕਰ ਤੁਹਾਡੇ ਵਿੱਚੋਂ ਉਗਾਹੀ ਦੀ ਲੋੜ ਹੈ ਤੁਹਾਨੂੰ ਤਾਂ 6 ਸ਼ਾਸਤਰ 27 ਸਿਮਰਤੀਆਂ ਨੂੰ ਤੁਹਾਡੇ ਵਿੱਚੋਂ ਕੋਈ ਵੀ ਚੰਗੀ ਤਰ੍ਹਾਂ ਵਿਚਾਰ ਕੇ ਦੇਖ ਲਵੋ। ਬਿਨ ਨਾਵੈ ਕੋ ਮੁਕਤ ਨਾ ਹੋਏ। ਪਰਮੇਸ਼ਰ ਦੇ ਅੰਮ੍ਰਿਤ ਰੂਪੀ ਨਾਮ ਤੋਂ ਬਗੈਰ ਕੋਈ ਵੀ ਮੁਕਤ ਨਹੀਂ ਹੋ ਸਕਦਾ, ਕੋਈ ਵੀ ਬੰਧਨਾਂ ਤੋਂ ਰਹਿਤ ਨਹੀਂ ਹੋ ਸਕਦਾ। ਜੁਗ ਚਾਰੇ ਨਾਮ ਉੱਤਮ ਸ਼ਬਦ ਵਿਚਾਰ। ਮਹਾਰਾਜ ਜੀ ਗੁਰੂ ਅਮਰਦਾਸ ਜੀ ਸਮਝਾ ਰਹੇ ਹਨ, ਜੁਗ ਚਾਰੇ ਨਾਮ ਉੱਤਮ ਸ਼ਬਦ ਵਿਚਾਰ ਕਿ ਚੌਹਾਂ ਯੁੱਗਾਂ ਵਿੱਚ ਪਰਮੇਸ਼ਰ ਦਾ ਨਾਮ ਹੀ ਉੱਤਮ ਹੈ, ਸ੍ਰੇਸ਼ਟ ਹੈ। ਜੁਗ ਚਾਰੇ ਕਿ ਚੌਹਾਂ ਯੁੱਗਾਂ ਵਿੱਚ ਪਰਮੇਸ਼ਰ ਦਾ ਨਾਮ ਹੀ ਉੱਤਮ ਹੈ, ਸ੍ਰੇਸ਼ਟ ਹੈ। ਇਹ ਗੁਰਾਂ ਦੇ ਸ਼ਬਦ, ਗੁਰਾਂ ਦੇ ਉਪਦੇਸ਼ ਨੂੰ ਵਿਚਾਰ ਕਰਕੇ ਦੇਖ ਲਵੋ। ਚੌਹਾਂ ਯੁੱਗਾਂ ਵਿੱਚ ਸ਼ਬਦ ਬ੍ਰਹਮ ਦੀ ਵਿਚਾਰ ਉੱਤਮ ਨਾਮ ਕਰਕੇ ਪ੍ਰਾਪਤ ਹੁੰਦੀ ਹੈ। ਜੁਗ ਚਾਰੇ ਨਾਮ ਉੱਤਮ ਸ਼ਬਦ ਵਿਚਾਰ ਕਿ ਚੌਹਾਂ ਯੁੱਗਾਂ ਵਿੱਚ ਪਰਮੇਸ਼ਰ ਦਾ ਨਾਮ ਹੀ ਉੱਤਮ ਹੈ, ਸ੍ਰੇਸ਼ਟ ਹੈ। ਇਹ ਗੁਰਾਂ ਦੇ ਉਪਦੇਸ਼ ਨੂੰ ਵਿਚਾਰ ਕਰਕੇ ਦੇਖ ਲਓ। ਚੌਹਾਂ ਯੁੱਗਾਂ ਵਿੱਚ ਬ੍ਰਹਮ ਦੀ ਵਿਚਾਰ ਉੱਤਮ ਨਾਮ ਕਰਕੇ ਪ੍ਰਾਪਤ ਹੁੰਦੀ ਹੈ। ਜਿਹੜੀ ਬ੍ਰਹਮ ਦੀ ਵਿਚਾਰ ਹੈ ਇਹ ਨਾਮ ਜਪਣ ਕਰਕੇ ਹੀ ਪ੍ਰਾਪਤ ਹੁੰਦੀ ਹੈ। ਕਲ ਮੈਂ ਗੁਰਮੁਖ ਉਤਰਸ ਪਾਰ। ਮਹਾਰਾਜ ਜੀ ਕਹਿਣ ਲੱਗੇ, ਕਲ ਮੈਂ ਗੁਰਮੁਖ ਉਤਰਸ ਪਾਰ। ਉਹ ਹੀ ਗੁਰਮੁਖ, ਉਹ ਹੀ ਅਧਿਕਾਰੀ ਜਨ। ਕਲ ਹੁੰਦਾ ਕਲ ਯੁੱਗ, ਮਹਿ ਹੁੰਦਾ ਵਿੱਚ, ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ ਹਨ। ਜਿਹੜੇ ਕਿ ਚੌਹਾਂ ਯੁੱਗਾਂ ਦੇ ਵਿੱਚ ਨਾਮ ਜਪਦੇ ਹਨ। ਕੋਈ ਵੀ ਯੁੱਗ ਹੋਵੇ ਕਿ ਨਾਮ ਦੀ ਵਿਚਾਰ ਕਰਕੇ ਦੇਖੋ। ਚੌਹਾਂ ਯੁੱਗਾਂ ਦੇ ਵਿੱਚ ਬ੍ਰਹਮ ਦੀ ਪ੍ਰਾਪਤੀ ਉੱਤਮ ਨਾਮ ਜਪਣ ਕਰਕੇ ਹੁੰਦੀ ਹੈ। ਕਲਯੁਗ ਮੈਂ ਗੁਰਮੁਖ ਉਤਰਸ ਪਾਰ ਕਿ ਉਹ ਹੀ ਗੁਰਮੁਖ ਅਧਿਕਾਰੀ ਜਨ ਕਲਯੁਗ ਦੇ ਵਿੱਚ, ਕਲਯੁਗ ਦੇ ਸਮੇਂ ਵਿੱਚ ਸੰਸਾਰ ਸਮੁੰਦਰ ਤੋਂ ਨਾਮ ਜਪਣ ਕਰਕੇ ਪਾਰ ਉਤਰ ਜਾਂਦੇ ਹਨ। ਸਾਚਾ ਮਰੈ ਨ ਆਵੈ ਜਾਏ, ਨਾਨਕ ਗੁਰਮੁਖ ਰਹੇ ਸਮਾਏ। ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਸਾਚਾ, ਸੱਚਾ ਪਰਮੇਸ਼ਰ ਨਾ ਮਰਦਾ ਹੈ, ਨਾ ਉਹ ਜਨਮ ਧਾਰ ਕੇ ਆਉਂਦਾ ਹੈ, ਨਾ ਪਰਲੋਕ ਵਿੱਚ ਜਾਂਦਾ ਹੈ। ਨਾਨਕ ਗੁਰਮੁਖ ਰਹਿ ਸਮਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰਮੁਖ ਜਨ ਉਸ ਵਾਹਿਗੁਰੂ ਵਿੱਚ ਹਰ ਵੇਲੇ ਸਮਾਏ ਰਹਿੰਦੇ ਹਨ, ਅਭੇਦ ਹੋਏ ਰਹਿੰਦੇ ਹਨ, ਇਕਮਿਕ ਹੋਏ ਰਹਿੰਦੇ ਹਨ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਅਗਲੇ ਸ਼ਬਦ ਦੇ ਵਿੱਚ ਮਹਾਰਾਜ ਜੀ ਸਮਝਾ ਰਹੇ ਹਨ, ਗੌੜੀ ਮਹੱਲਾ ਤੀਜਾ ਕਿ ਤੀਜੇ ਪਾਤਸ਼ਾਹ ਗੌੜੀ ਰਾਗ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਕਥਨ ਕਰਦੇ ਹਨ, ਸਤਿਗੁਰ ਸੇਵਾ ਪ੍ਰਾਨ ਆਧਾਰਾ ਕਿ ਗੁਰਮੁਖ ਜਨ ਉਸ ਦੀ ਸੇਵਾ
ਉਸ ਦੀ ਟਹਿਲ ਵਿੱਚ ਲੱਗੇ ਰਹਿੰਦੇ ਹਨ। ਜੋ ਸਭ ਦੇ ਪ੍ਰਾਨ ਆਧਾਰਾ ਸਵਾਸਾਂ ਦਾ ਆਸਰਾ ਹੈ। ਗੁਰਮੁਖ ਸੇਵਾ ਪ੍ਰਾਨ ਆਧਾਰਾ, ਗੁਰਮੁਖ ਜਨ ਉਸ ਦੀ ਸੇਵਾ ਕਰਦੇ ਹਨ, ਉਸ ਦੀ ਟਹਿਲ ਦੇ ਵਿੱਚ ਲੱਗੇ ਰਹਿੰਦੇ ਹਨ। ਜੋ ਪ੍ਰਾਣ ਆਧਾਰਾ, ਜੋ ਸਭ ਦੇ ਪ੍ਰਾਣਾਂ ਦਾ ਸਵਾਸਾਂ ਦਾ ਆਸਰਾ ਰੂਪ ਹੈ। ਗੁਰਮੁਖ ਜਨ, ਮਹਾਰਾਜ ਜੀ ਸਮਝਾ ਰਹੇ ਹਨ, ਗੁਰਮੁਖ ਜਨ ਪ੍ਰਾਣਾਂ ਦਾ ਆਧਾਰ, ਪ੍ਰਾਣਾਂ ਦਾ ਚੇਤਨ ਬ੍ਰਹਮ ਨੂੰ ਸਮਝ ਕੇ ਉਸ ਵਿੱਚ ਹਰ ਵਕਤ ਬਿਰਤੀ ਜੋੜ ਕੇ ਬ੍ਰਹਮਕਾਰ ਬਣਾਈ ਰੱਖਦੇ ਹਨ। ਹਰ ਜੀਓ ਰਾਖੋ ਹਿਰਦੈ ਉਰ ਧਾਰਾ, ਹਰ ਜੀਓ ਰਾਖੋ ਹਿਰਦੈ ਉਰ ਧਾਰਾ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਹਰੀ ਪਰਮੇਸ਼ਰ ਜੀ ਨੂੰ ਹਿਰਦੇ ਦੇ ਅੰਦਰ ਧਾਰ ਕੇ ਰੱਖੋ। ਇਹ ਸਭ ਤੋਂ ਵੱਡੀ ਸੇਵਾ ਹੈ, ਜੋ ਸਭ ਤੋਂ ਵੱਡੀ ਸੇਵਾ ਹੈ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਹਰ ਜੀਓ ਰਾਖੋ ਹਿਰਦੈ ਉਰ ਧਾਰਾ, ਕਿ ਹਰੀ ਪਰਮੇਸ਼ਰ ਜੀ ਨੂੰ ਹਿਰਦੇ ਦੇ ਅੰਦਰ ਧਾਰ ਕੇ ਰੱਖੋ, ਕਿ ਵਸਾ ਕੇ ਰੱਖੋ ਪਰਮੇਸ਼ਰ ਨੂੰ ਹਿਰਦੇ ਦੇ ਵਿੱਚ, ਤੇ ਉਸ ਪਰਮੇਸ਼ਰ ਦਾ ਨਾਮ ਜਪੋ। ਇਹ ਸਭ ਤੋਂ ਵੱਡੀ ਸੇਵਾ ਹੈ। ਗੁਰਮੁਖ ਸੋਭਾ ਸਾਚ ਦੁਆਰਾ, ਸਤਸੰਗ ਰੂਪੀ ਸੱਚੇ ਦੁਆਰੇ ਅੰਦਰ ਗੁਰਮੁਖਾਂ ਦੀ ਸੋਭਾ, ਗੁਰਮੁਖਾਂ ਦੀ ਵਡਿਆਈ ਹੁੰਦੀ ਹੈ। ਸਤਸੰਗ ਰੂਪੀ ਸੱਚੇ ਦੁਆਰ ਅੰਦਰ ਗੁਰਮੁਖਾਂ ਦੀ ਵਡਿਆਈ ਹੁੰਦੀ ਹੈ। ਗੁਰਮੁਖ ਸੱਚੇ ਗੁਰਾਂ ਦੁਆਰਾ ਵਾਹਿਗੁਰੂ ਦੇ ਸੱਚਖੰਡ ਰੂਪੀ ਦਰ ਵਿੱਚ ਸੋਭਾ ਪਾਉਂਦੇ ਹਨ। ਜਿਹੜੇ ਹਿਰਦੇ ਦੇ ਵਿੱਚ ਪਰਮੇਸ਼ਰ ਨੂੰ ਵਸਾ ਕੇ ਉਸ ਪਰਮੇਸ਼ਰ ਦਾ ਨਾਮ ਜਪਦੇ ਹਨ, ਕਿ ਉਹਨਾਂ ਨਾਮ ਜਪਣ ਵਾਲਿਆਂ ਦੀ ਸਤਸੰਗ ਰੂਪੀ ਦੁਆਰ ਅੰਦਰ ਗੁਰਮੁਖਾਂ ਦੀ ਵਡਿਆਈ ਹੁੰਦੀ ਹੈ। ਪੰਡਤ ਹਰ ਪੜ੍ਹ ਤਜਹੋ ਵਿਕਾਰਾ। ਮਹਾਰਾਜ ਜੀ ਕਹਿਣ ਲੱਗੇ, ਹੇ ਪੰਡਤ, ਹੇ ਵਿਦਵਾਨੋ, ਕਾਮ ਆਦਿਕ ਵਿਕਾਰਾਂ ਔਗੁਣਾਂ ਨੂੰ ਤਿਆਗ ਕੇ ਹਰੀ ਨਾਮ ਨਾਲ ਗ੍ਰੰਥਾਂ ਨੂੰ ਪੜ੍ਹਨਾ ਕਰੋ। ਪੰਡਤ ਹਰ ਪੜ੍ਹ ਤਜਹੋ ਵਿਕਾਰਾ। ਮਹਾਰਾਜ ਜੀ ਕਹਿਣ ਲੱਗੇ, ਹੇ ਪੰਡਤ ਵਿਦਵਾਨੋ, ਕਾਮ ਆਦਿਕ ਵਿਕਾਰਾਂ ਔਗੁਣਾਂ ਨੂੰ ਤਿਆਗ ਕੇ ਹਰੀ ਨਾਮ ਨਾਲ ਸੰਬੰਧਿਤ ਜੋ ਗ੍ਰੰਥ ਹਨ ਉਹਨਾਂ ਨੂੰ ਪੜ੍ਹਨਾ ਕਰੋ, ਕਿ ਪੜ੍ਹਨ ਕਰਕੇ ਹੀ ਗਿਆਨ ਦੀ ਪ੍ਰਾਪਤੀ ਹੋਣੀ ਹੈ। ਗੁਰਮੁਖ ਭੌਜਲ ਉਤਰਹੁ ਪਾਰਾ। ਗੁਰਮੁਖਾਂ ਨਾਲ ਮਿਲਾਪ ਕਰਕੇ ਸੰਸਾਰ ਸਮੁੰਦਰ ਤੋਂ ਉਤਰਹੁ ਪਾਰਾ, ਉਤਰਹੁ ਉਤਰਨਾ ਕਰੋ, ਪਾਰ ਹੋਣਾ ਕਰੋ। ਗੁਰਮੁਖ ਵਿੱਚੋਂ ਹਉਮੈ ਜਾਏ। ਗੁਰਾਂ ਦੁਆਰਾ ਗੁਰਮੁਖਾਂ ਦੇ ਅੰਦਰੋਂ ਹੰਗਤਾ ਮਮਤਾ ਚਲੀ ਜਾਂਦੀ ਹੈ। ਗੁਰਮੁਖ ਵਿੱਚੋਂ ਹਉਮੈ ਜਾਏ। ਜੋ ਗੁਰਮੁਖ ਜਨ ਹਨ, ਕਿ ਉਹਨਾਂ ਗੁਰਮੁਖਾਂ ਦੇ ਗੁਰਾਂ ਦੁਆਰਾ, ਕਿ ਗੁਰਾਂ ਦੀ ਸੰਗਤ ਕਰਕੇ ਗੁਰਮੁਖਾਂ ਦੇ ਵਿੱਚੋਂ, ਗੁਰਮੁਖਾਂ ਦੇ ਅੰਦਰੋਂ ਹਉਮੈ ਹੰਗਤਾ ਮਮਤਾ ਚਲੀ ਜਾਂਦੀ ਹੈ। ਗੁਰਮੁਖ ਮੈਲ ਨ ਲਾਗੈ ਆਏ, ਕਿ ਗੁਰਮੁਖਾਂ ਨੂੰ ਅਵਿਦਿਆ ਰੂਪੀ ਮੈਲ, ਪਾਪਾਂ ਰੂਪੀ ਮੈਲ ਆ ਕੇ ਨਹੀਂ ਲੱਗਦੀ। ਭਾਵ ਉਹ ਗੁਰਾਂ ਦੁਆਰਾ ਉਜਲ ਹੋ ਜਾਂਦੇ ਹਨ। ਗੁਰਮੁਖ ਨਾਮ ਬਸੈ ਮਨ ਆਏ। ਗੁਰਮੁਖ ਜਨਾਂ ਦੇ ਮਨ ਵਿੱਚ ਗੁਰਾਂ ਦੁਆਰਾ ਨਾਮ ਆ ਕੇ ਵਸ ਜਾਂਦਾ ਹੈ। ਗੁਰਮੁਖ ਕਰਮ ਧਰਮ ਸੱਚ ਹੋਈ। ਗੁਰਮੁਖਾਂ ਦੇ ਚਿੱਤ ਵਿੱਚ ਜੋ ਸੱਚੇ ਦੀ ਪ੍ਰਾਪਤੀ ਹੁੰਦੀ ਹੈ, ਉਸ ਅਕਾਲ ਪੁਰਖ ਦੀ, ਇਹੋ ਹੀ ਕਰਮ ਧਰਮ ਹਨ ਗੁਰਮੁਖਾਂ ਦੇ। ਗੁਰਮੁਖਾਂ ਨੇ ਹੰਕਾਰ ਕਰਕੇ ਕਰਮਾਂ ਧਰਮਾਂ ਦੀ ਦਵਾਇਤ ਸਾੜ ਦਿੱਤੀ ਹੈ। ਗੁਰਮੁਖ ਹੰਕਾਰ ਜਲਾਏ ਦੋਏ। ਗੁਰਮੁਖਾਂ ਨੇ ਹੰਕਾਰ ਅਤੇ ਮੋਹ ਦੋਵੇਂ ਜਾਲ ਦਿੱਤੇ ਹਨ, ਸਾੜ ਦਿੱਤੇ ਹਨ। ਗੁਰਮੁਖਾਂ ਨੇ ਹੰਕਾਰ ਅਤੇ ਜੰਮਣ ਮਰਨ ਦੋਹਾਂ ਨੂੰ ਜਾਲ ਦਿੱਤਾ ਹੈ, ਸਾੜ ਦਿੱਤਾ ਹੈ। ਗੁਰਮੁਖ ਨਾਮ ਰਤੇ ਸੁਖ ਹੋਈ। ਗੁਰਮੁਖ ਜਨ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਰਹਿੰਦੇ ਹਨ, ਇਸ ਕਰਕੇ ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਆਪਣਾ ਮਨ ਪ੍ਰਬੋਧੋ ਬੂਝੋ ਸੋਈ। ਹੇ ਭਾਈ, ਆਪਣੇ ਮਨ ਨੂੰ ਪ੍ਰਬੋਧੋ ਸਮਝਾ ਕੇ
ਗੁਰਾਂ ਦੁਆਰਾ ਉਸ ਪਰਮੇਸ਼ਰ ਨੂੰ ਸਮਝਣਾ ਕਰੋ। ਜਿਸ ਤਰ੍ਹਾਂ ਆਪਣੇ ਮਨ ਨੂੰ ਗਿਆਨ ਪ੍ਰਾਪਤ ਹੋਵੇ, ਉਸ ਜੁਗਤੀ ਨੂੰ ਗੁਰਾਂ ਤੋਂ ਪੁੱਛਣਾ ਕਰੋ। ਕਿਉਂਕਿ ਲੋਕ ਸਮਝਾਵਹੁ ਸੁਣੇ ਨਾ ਕੋਈ, ਕਿਉਂਕਿ ਆਪਣੇ ਮਨ ਨੂੰ ਗਿਆਨ ਹੋਏ ਤੋਂ ਬਿਨਾ ਜੇ ਲੋਕਾਂ ਨੂੰ ਸਮਝਾਉਣ ਵਿੱਚ ਲੱਗੇ ਰਹੋਗੇ ਤਾਂ ਕਿਸੇ ਨੇ ਨਹੀਂ ਸੁਣਨਾ। ਇਹੀ ਕਹਿਣਗੇ ਕਿ ਆਪ ਧਾਰ ਨਹੀਂ ਕਰਦਾ ਤੇ ਸਾਨੂੰ ਪ੍ਰਚਾਰ ਕਰਦਾ ਹੈ। ਗੁਰਮੁਖ ਸਮਝੋ ਸਦਾ ਸੁਖ ਹੋਈ। ਜਦੋਂ ਗੁਰਮੁਖ ਬਣ ਕੇ ਹਿਰਦੇ ਵਿੱਚ ਸਮਝ ਲਵੋਗੇ ਤਾਂ ਹਮੇਸ਼ਾ ਤੁਹਾਨੂੰ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਮਨਮੁਖ ਡੰਫ ਬਹੁਤ ਚਿਤਰਾਈ। ਮਨਮੁਖ ਲੋਕ ਡੰਫ ਕਹਿ ਪਖੰਡ ਨੂੰ, ਮਨਮੁਖ ਲੋਕ ਪਖੰਡ ਅਤੇ ਲੋਕਾਂ ਨੂੰ ਪਰਚਾਉਣ ਵਾਸਤੇ ਬੇਅੰਤ ਚਤਰਾਈਆਂ ਦੀਆਂ ਗੱਲਾਂ ਕਰਦੇ ਹਨ, ਸਿਆਣਪ ਦੀਆਂ ਗੱਲਾਂ ਕਰਦੇ ਹਨ। ਜੋ ਕਿਸ ਕਮਾਵੇ ਸੋ ਥਾਏ ਨਾ ਪਾਈ। ਜੋ ਕੁਝ ਵੀ ਕਮਾਉਂਦੇ ਹਨ ਉਹ ਥਾਂ ਭਾਵ ਲੇਖੇ ਵਿੱਚ ਨਹੀਂ ਪੈਂਦੇ। ਆਵੇ ਜਾਵੇ ਠੌਰ ਨਾ ਕਾਈ। ਇਸ ਕਰਕੇ ਉਹ ਜਨਮ ਧਾਰ ਕੇ ਆਉਂਦੇ ਹਨ, ਮਿਰਤੂ ਹੋ ਕੇ ਜਾਂਦੇ ਹਨ। ਉਹਨਾਂ ਨੂੰ ਲੋਕ ਪਰਲੋਕ ਵਿੱਚ ਕੋਈ ਥਾਂ ਨਹੀਂ ਮਿਲਦਾ। ਇਸ ਲੋਕ ਵਿੱਚ ਮਨੁੱਖਾ ਜਨਮ ਲਈ ਥਾਂ ਨਹੀਂ ਮਿਲਦਾ। ਪਰਲੋਕ ਵਿੱਚ ਮੁਕਤੀ ਨਹੀਂ ਮਿਲਦੀ। ਉਹਨਾਂ ਨੂੰ ਸਰੂਪ ਰੂਪੀ ਥਾਂ ਦੀ ਪ੍ਰਾਪਤੀ ਨਹੀਂ ਹੁੰਦੀ। ਮਨਮੁਖ ਕਰਮ ਕਰੇ ਬਹੁਤ ਅਭਿਮਾਨਾ। ਮਨਮੁਖ ਪੁਰਸ਼ ਬਹੁਤ ਅਭਿਮਾਨਾ ਹੰਕਾਰ ਦੇ ਸਹਿਤ ਕਰਮਾਂ ਨੂੰ ਕਰਦੇ ਹਨ। ਬੱਗ ਜੋ ਲਾਏ ਬਹਿ ਨਿਤ ਧਿਆਨਾ। ਜਿਵੇਂ ਬੱਗ ਬਗਲਾ ਮੱਛੀ ਦੀ ਧਾੜ ਵਾਸਤੇ ਸਮਾਧੀ ਲਾ ਕੇ ਬੈਠ ਜਾਂਦਾ ਹੈ, ਇਉਂ ਮਨਮੁਖ ਨਿਤ ਹੀ ਪਰਾਏ ਘਰਾਂ ਨੂੰ ਤੱਕਣ ਵਾਸਤੇ ਧਿਆਨ ਲਗਾ ਕੇ ਬੈਠ ਜਾਂਦੇ ਹਨ। ਜਮ ਪਕੜਿਆ ਤਬ ਹੀ ਪਛਤਾਨਾ। ਜਦੋਂ ਜਮਰਾਜ ਦੇ ਦੂਤਾਂ ਨੇ ਮਨਮੁਖ ਨੂੰ ਪਕੜ ਲਿਆ ਤਦੋਂ ਫਿਰ ਪਛਚਾਤਾਪ ਕਰਦਾ ਹੈ। ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ। ਮਹਾਰਾਜ ਜੀ ਕਹਿਣ ਲੱਗੇ, ਸਤਿਗੁਰੂ ਸੱਚੇ ਪਾਤਸ਼ਾਹ ਦੀ ਟਹਿਲ ਕਰੀ ਤੋਂ ਬਗੈਰ, ਸੇਵਾ ਕਰੀ ਤੋਂ ਬਗੈਰ ਹੁਣ ਤੱਕ ਕਿਸੇ ਦੀ ਵੀ ਮੁਕਤੀ, ਕਿਸੇ ਦੀ ਵੀ ਕਲਿਆਣ ਨਹੀਂ ਹੋਈ। ਗੁਰ ਪ੍ਰਸਾਦੀ ਮਿਲੈ ਹਰ ਸੋਈ। ਗੁਰਾਂ ਦੀ ਪ੍ਰਸਾਦੀ ਕਿਰਪਾ ਨਾਲ ਹੀ ਉਹ ਹਰੀ ਪਰਮੇਸ਼ਰ ਮਿਲਦਾ ਹੈ। ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ। ਗੁਰ ਪ੍ਰਸਾਦੀ ਮਿਲੈ ਹਰ ਸੋਈ। ਕਿ ਸੱਚੇ ਪਾਤਸ਼ਾਹ ਦੀ ਸੇਵਾ ਟਹਿਲ ਕਰੀ ਤੋਂ ਬਗੈਰ ਹੁਣ ਤੱਕ ਕਿਸੇ ਦੀ ਵੀ ਕਲਿਆਣ ਨਹੀਂ ਹੋਈ। ਗੁਰਾਂ ਦੀ ਪ੍ਰਸਾਦੀ, ਗੁਰਾਂ ਦੀ ਕਿਰਪਾ ਨਾਲ ਹੀ ਉਹ ਹਰੀ ਪਰਮੇਸ਼ਰ ਮਿਲਦਾ ਹੈ। ਗੁਰਦਾਤਾ ਜੁਗ ਚਾਰੇ ਹੋਈ। ਦਾਤਾ ਦਾਤਾਰ ਗੁਰੂ ਸਾਹਿਬ ਜੀ ਤੋਂ ਹੀ ਚਾਰੇ ਜੁਗਾਂ ਸ੍ਰੇਸ਼ਟ ਜਗਿਆਸੂ ਜਨਾਂ ਨੂੰ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਆਈ ਹੈ। ਗੁਰਦਾਤਾ ਜੁਗ ਚਾਰੇ ਹੋਈ। ਕਿ ਦਾਤਾ ਦਾਤਾਰ ਗੁਰੂ ਸਾਹਿਬ ਜੀ ਤੋਂ ਹੀ ਚਾਰੇ ਜੁਗਾਂ ਸ੍ਰੇਸ਼ਟ ਜਗਿਆਸੂ ਜਨਾਂ ਨੂੰ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਆਈ ਹੈ। ਜੈਸਾ ਕਿ ਤੂੰ ਸਤਿਗੁਰ ਚਾਹੋ ਜੁਗੀ ਆਪ ਆਪੇ ਪਰਮੇਸ਼ਰ। ਕਿ ਸਤ ਗੁਰਮੁਖ ਜਾਤ ਪਤ ਨਾਮੇ ਵਡਿਆਈ। ਗੁਰਮੁਖਾਂ ਨੇ ਜਾਤ ਜਾਤੀ, ਪਤ ਇੱਜ਼ਤ ਅਤੇ ਵਡਿਆਈ ਨਾਲੋਂ ਇੱਕ ਨਾਮ ਨੂੰ ਹੀ ਚੰਗਾ ਸਮਝਿਆ ਹੈ। ਗੁਰਮੁਖ ਜਾਤ ਪਤ ਨਾਮੇ ਵਡਿਆਈ। ਗੁਰਮੁਖਾਂ ਨੇ ਜਾਤ ਜਾਤੀ, ਪਤ ਇੱਜ਼ਤ ਅਤੇ ਵਡਿਆਈ ਨਾਲੋਂ ਇੱਕ ਨਾਮ ਨੂੰ ਹੀ ਚੰਗਾ ਸਮਝਿਆ ਹੈ। ਸੈਰ ਕੀ ਪੁੱਤਰੀ ਬਿਦਾਰ ਗਵਾਈ। ਕਿ ਗੁਰਮੁਖਾਂ ਨੇ ਸੈਰ ਸਮੁੰਦਰ ਦੀ ਪੁੱਤਰੀ ਲక్ష్ਮੀ ਮਾਇਆ ਨੂੰ ਹੁਸ਼ਿਆਰ ਹੋ ਕੇ ਗਵਾ ਦਿੱਤਾ ਹੈ। ਸੈਰ ਕੀ ਪੁੱਤਰੀ ਬਿਦਾਰ ਗਵਾਈ। ਗੁਰਮੁਖਾਂ ਨੇ ਸੈਰ ਸਮੁੰਦਰ ਦੀ ਪੁੱਤਰੀ ਲక్ష్ਮੀ ਮਾਇਆ ਨੂੰ ਕਿ ਹੁਸ਼ਿਆਰ ਹੋ ਕੇ ਗਵਾ ਦਿੱਤਾ ਹੈ। ਭਾਵ ਹਿਰਦੇ ਅੰਦਰੋਂ ਮੇਟ ਦਿੱਤਾ ਹੈ। ਜਦੋਂ ਸਮੁੰਦਰ ਰੇੜਕਿਆ ਸੀ
ਉਸ ਵਿੱਚੋਂ 14 ਰਤਨ ਨਿਕਲੇ ਸਨ। ਲక్ష్ਮੀ ਵੀ ਉਸ ਸਮੁੰਦਰ ਰਿੜਕਣ ਦੇ ਨਾਲ ਨਿਕਲੀ ਸੀ। ਇਸ ਕਰਕੇ ਇਸ ਨੂੰ ਸਮੁੰਦਰ ਦੀ ਪੁੱਤਰੀ ਮੰਨਿਆ ਗਿਆ ਹੈ। ਨਾਨਕ ਬਿਨ ਨਾਵੈ ਝੂਠੀ ਚਤੁਰਾਈ। ਗੁਰੂ ਅਮਰਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਸੱਚੇ ਪਾਤਸ਼ਾਹ ਦੇ ਨਾਮ ਦੀ ਕਮਾਈ ਤੋਂ ਬਿਨਾਂ ਚਤਰਾਈ ਚਾਤਰ ਪੁਣੇ ਦੀਆਂ ਗੱਲਾਂ ਕਰਨੀਆਂ ਸਭ ਝੂਠੀਆਂ ਹਨ। ਨਾਨਕ ਬਿਨ ਨਾਵੈ ਝੂਠੀ ਚਤਰਾਈ। ਗੁਰੂ ਜੀ ਕਥਨ ਕਰਦੇ ਹਨ ਮਹਾਰਾਜ ਜੀ ਕਿ ਸੱਚੇ ਪਾਤਸ਼ਾਹ ਦੇ ਨਾਮ ਦੀ ਕਮਾਈ ਤੋਂ ਬਿਨਾਂ ਚਤਰਾਈ ਚਾਤਰ ਪੁਣੇ ਦੀਆਂ ਗੱਲਾਂ ਕਰਨੀਆਂ ਸਭ ਝੂਠੀਆਂ ਹੀ ਹਨ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਨਾਮ ਦੀ ਵਡਿਆਈ ਕੀਤੀ ਹੈ। ਜੋ ਵੀ ਪਰਮੇਸ਼ਰ ਦਾ ਨਾਮ ਜਪਦਾ ਹੈ ਉਸ ਦੀ ਲੋਕ ਪਰਲੋਕ ਦੇ ਵਿੱਚ ਵਡਿਆਈ ਹੁੰਦੀ ਹੈ। ਜੋ ਮਨਮੁਖ ਹੈ, ਆਪਣੇ ਮਨ ਦੇ ਪਿੱਛੇ ਲੱਗ ਕੇ ਚੱਲਦਾ ਹੈ, ਉਹ ਇਸ ਸੰਸਾਰ ਸਮੁੰਦਰ ਦੇ ਅੰਦਰ ਡੁੱਬ ਜਾਂਦਾ ਹੈ। ਜਿਸ ਨੇ ਵੀ ਪਾਰ ਉਤਰਨਾ ਹੈ